TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਪੰਜਾਬ ਕੈਬਨਿਟ ਵਿੱਚ ਸ਼ਾਮਲ ਹੋਣਗੇ ਨਵੇਂ 5 ਵਜ਼ੀਰ ਅਤੇ 3 ਦੇ ਵਿਭਾਗ ਬਦਲਣ ਦੇ ਆਸਾਰ। ਇੱਕ ਵਿਧਾਇਕ ਇੱਕ ਪੈਨਸ਼ਨ ਐਕਟ ਵਿਰੁੱਧ ਕੁਝ ਸਾਬਕਾ ਵਿਧਾਇਕਾਂ ਨੇ ਅਦਾਲਤ ਜਾਣ ਦੀ ਖਿੱਚੀ ਤਿਆਰੀ। ਭੱਠਾ ਮਾਲਕਾਂ ਨੇ ਕੇਂਦਰ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ। ਖੇਤੀਬਾੜੀ ਮੰਤਰੀ ਤੋਮਰ ਦਾ MSP ਨੂੰ ਲੈ ਕੇ ਵੱਡਾ ਬਿਆਨ ਅਤੇ ਨੂਪਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਪਾਈਆਂ ਝਾੜਾਂ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਤਸੱਲੀ ਨਾਲ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਭ ਤੋਂ ਪਹਿਲਾਂ ਆਪ ਸਭਨਾਂ ਨੂੰ ਕੈਨੇਡਾ ਡੇ ਦੀਆਂ ਲੱਖ ਲੱਖ ਮੁਬਾਰਕਾਂ। ਉਹਦੇ ਤੋਂ ਬਾਅਦ ਆਓ ਹੁਣ ਖਬਰਾਂ ਵੱਲ ਨੂੰ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਬਜਟ ਸੈਸ਼ਨ ਸਮਾਪਤ ਹੋ ਗਿਆ। ਸੈਸ਼ਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਅਤੇ ਉਹਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ। ਦਿੱਲੀ ਦੇ ਵਿੱਚ ਉਹਨਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੇ ਵਿੱਚ ਜਿੱਥੇ ਸੰਗਰੂਰ ਹਾਰ ਦਾ ਚਰਚਾ ਰਿਹਾ ਹੋਣਾ ਹੈ, ਉਹਦੇ ਨਾਲ ਨਾਲ ਪੰਜਾਬ ਵਜ਼ਾਰਤ ਦੇ ਵਿੱਚ ਨਵੇਂ ਚਿਹਰੇ ਕਿਹੜੇ ਹੋਣ, ਪੰਜਾਬ ਵਜ਼ਾਰਤ ਨੂੰ ਵਿਸਥਾਰ ਦੇਣ ਦੀਆਂ ਅੰਤਮ ਛੋਹਾਂ ਦਿੱਤੀਆਂ ਗਈਆਂ। ਹੁਣ ਇਹ ਜਿਹੜੀ ਸੰਭਾਵਨਾ ਬਣੀ ਹੋਈ ਹੈ, ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਆਉਣ ਵਾਲੇ ਹਫ਼ਤੇ ਜਾਂ ਫਿਰ ਸੋਮਵਾਰ ਨੂੰ ਜਾਂ ਐਤਵਾਰ ਨੂੰ ਵੀ ਨਵੇਂ ਵਜ਼ੀਰਾਂ ਨੂੰ ਹਲਫ ਦਿਵਾਇਆ ਜਾ ਸਕਦਾ ਹੈ। ਪੂਰੀ ਸੰਭਾਵਨਾ ਇਸ ਗੱਲ ਦੀ ਬਣੀ ਹੋਈ ਹੈ। ਜਾਣਕਾਰੀ ਦੇ ਅਨੁਸਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਤਕਰੀਬਨ 2.5 ਘੰਟੇ ਮੁਲਾਕਾਤ ਹੋਈ ਤੇ ਇਸ ਮੀਟਿੰਗ ਦੇ ਵਿੱਚ ਨਵੇਂ ਵਜ਼ੀਰਾਂ ਦੀ ਚੋਣ ਅਤੇ ਕੁਝ ਵਜ਼ੀਰਾਂ ਦੇ ਵਿਭਾਗ ਬਦਲਣ, ਉਸ ਚੀਜ਼ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਕਿ ਫਿਰ ਬਦਲ ਉਹਨਾਂ ਦੇ ਵਿਭਾਗਾਂ 'ਚ ਕੀਤਾ ਜਾਵੇ। ਅਤੇ ਇਸ ਜਾਣਕਾਰੀ ਦੇ ਅਨੁਸਾਰ ਮੰਤਰੀਆਂ ਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ, ਕਿ ਐਤਵਾਰ ਜਾਂ ਫਿਰ ਸੋਮਵਾਰ ਨੂੰ ਹਲਫ ਦਿਵਾਇਆ ਜਾ ਸਕਦਾ ਹੈ। ਦੱਸਣਾ ਬਣਦਾ ਕਿ ਮਾਰਚ ਮਹੀਨੇ ਆਪ ਸਰਕਾਰ ਬਣੀ ਸੀ ਅਤੇ ਪਹਿਲੇ ਗੇੜ ਦੇ ਵਿੱਚ ਕੁੱਲ 10 ਕੈਬਨਿਟ ਮੰਤਰੀ ਸ਼ਾਮਲ ਕੀਤੇ ਗਏ ਸੀ। ਉਹਨਾਂ ਦੇ ਵਿੱਚੋਂ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਤੇ ਦੋਸ਼ਾਂ ਦੇ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਸ ਵੇਲੇ ਮੁੱਖ ਮੰਤਰੀ ਤੋਂ ਇਲਾਵਾ ਕੈਬਨਿਟ ਦੇ ਵਿੱਚ ਕੁੱਲ 9 ਮੰਤਰੀ ਨੇ। 9 ਵਜ਼ੀਰ ਭਗਵੰਤ ਮਾਨ ਦੀ ਵਜ਼ਾਰਤ ਦੇ ਵਿੱਚ ਸ਼ਾਮਲ ਨੇ ਅਤੇ ਦੂਸਰੇ ਗੇੜ ਦੇ ਵਿੱਚ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 4 ਜਾਂ ਫਿਰ 5 ਨਵੇਂ ਵਜ਼ੀਰਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ, ਜਿਨ੍ਹਾਂ ਦੇ ਵਿੱਚ ਕਿਸੇ ਇੱਕ ਮਹਿਲਾ ਵਿਧਾਇਕਾਂ ਨੂੰ ਵੀ ਮੰਤਰੀ ਵਜੋਂ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮਹਿਲਾ ਵਿਧਾਇਕਾਂ ਦੇ ਵਿੱਚੋਂ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਵੀ ਹੋ ਸਕਦੇ ਹੈ। ਖਰੜ ਤੋਂ ਅਨਮੋਲ ਗਗਨਮਾਨ ਦੇ ਚਰਚੇ ਵੀ ਹੈ ਅਤੇ ਇਹਦੇ ਨਾਲ ਇੰਦਰਜੀਤ ਕੌਰ ਨੂੰ ਵੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਅਨੁਸਾਰ ਜਾਣਕਾਰੀ ਇਹ ਵੀ ਹੈ ਕਿ ਇੱਕ ਵਜ਼ੀਰੀ ਦੂਸਰੀ ਦਫਾ ਬਣੇ ਵਿਧਾਇਕਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਤੇ ਸੰਭਾਵਨਾ ਅਮਨ ਅਰੋੜਾ ਅਤੇ ਪ੍ਰਿੰਸੀਪਲ ਬੁੱਧ ਰਾਮ ਦੀ ਹੈ। ਉਹਨਾਂ ਦਾ ਨਾਮ ਮੂਰਲੀ ਕਤਾਰ ਦੇ ਵਿੱਚ ਬੋਲ ਰਿਹਾ ਹੈ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਵਜ਼ਾਰਤ ਦੇ ਵਿੱਚ ਕਿਸੇ ਸਰਹੱਦੀ ਜ਼ਿਲ੍ਹੇ ਦੇ ਵਿੱਚੋਂ, ਫਿਰੋਜ਼ਪੁਰ ਜਾਂ ਫਾਜ਼ਿਲਕਾ ਦੇ ਵਿੱਚੋਂ ਵੀ ਕਿਸੇ ਵਿਧਾਇਕ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਖਾਸ ਕਰਕੇ ਕੈਬਨਿਟ ਦੇ ਵਿੱਚ ਰਾਏ ਸਿੱਖ ਬਰਾਦਰੀ ਨੂੰ ਪ੍ਰਤੀਨਿਧਤਾ ਦਿੱਤੀ ਜਾ ਸਕਦੀ ਹੈ। ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਜਾਂ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਸਿੰਘ ਹੋਰਾਂ ਨੂੰ ਵੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਜਾ ਸਕਦਾ, ਜਾਂ ਮੈਂ ਇਹ ਕਹਿ ਸਕਦਾ ਕਿ ਉਹਨਾਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗ ਸਕਦੀ ਹੈ। ਇਹ ਵੀ ਜਾਣਕਾਰੀ ਨਾਲ ਮਿਲੀ ਹੈ ਕਿ 3 ਵਜ਼ੀਰਾਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹੈ, ਕਿਉਂਕਿ ਇਸ ਵਕਤ ਬਹੁਤ ਸਾਰੇ ਵਿਭਾਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਕੋਲ ਵੀ ਰੱਖੇ ਹੋਏ ਹੈ ਤੇ ਉਮੀਦ ਹੈ ਕਿ ਨਵੀਆਂ ਵਜ਼ੀਰੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ, ਆਪਣੇ ਵਿਭਾਗਾਂ ਦੇ ਵਿੱਚੋਂ ਕੁਝ ਵੰਡ ਕੇ ਹੋਰਨਾਂ ਨੂੰ ਦਿੱਤੇ ਜਾ ਸਕਦੇ ਉਹ ਮਹਿਕਮੇ। ਇਸੇ ਤਰ੍ਹਾਂ ਮੌਜੂਦਾ ਵਿਧਾਇਕਾਂ ਦੇ ਕੁਝ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਦੀ ਸੰਭਾਵਨਾ, ਪਰ ਇਹ ਜ਼ਰੂਰ ਪਤਾ ਲੱਗਿਆ ਕਿ ਜਿਹੜੇ ਪਹਿਲੇ 9 ਵਜ਼ੀਰ ਨੇ ਉਹਨਾਂ ਵਿੱਚੋਂ ਹਾਲ ਦੀ ਘੜੀ ਸ਼ਾਂਤੀ ਕਰਨ ਦੀ ਕਿਸੇ ਦੀ ਕੋਈ ਵਿਉਂਤਬੰਦੀ ਸਾਹਮਣੇ ਨਹੀਂ ਆਈ। ਹਾਂ, 9 ਉਹ ਹੋ ਸਕਦਾ 5 ਨਵੇਂ ਵਜ਼ੀਰ ਸ਼ਾਮਲ ਕਰ ਲਏ ਜਾਣ, ਪਰ ਇਹਦਾ ਮਤਲਬ ਇਹ ਹੋਇਆ ਕਿ ਹਲੇ ਤੀਸਰਾ ਗੇੜ ਵੀ ਚੱਲੂਗਾ। ਇਹਨਾਂ ਦੀ ਕਾਰਗੁਜ਼ਾਰੀ ਦੇਖੀ ਜਾਊ। ਇਹ ਪਹਿਲੀ ਵਾਰੀ ਆਖ ਚੁੱਕੇ ਨੇ ਜਦੋਂ ਵਜ਼ਾਰਤ ਦਾ ਗਠਨ ਕੀਤਾ ਸੀ ਕਿ ਇਹ ਨਾ ਸਮਝੇ ਕਿ ਅੱਜ ਮੈਨੂੰ ਝੰਡੀ ਮਿਲ ਗਈ, ਅੱਜ ਮੈਨੂੰ ਵਜ਼ਾਰਤ ਮਿਲ ਗਈ। ਜੇਕਰ ਉਹਨਾਂ ਦੀ ਪਰਫਾਰਮੈਂਸ ਚੰਗੀ ਹੋਈ ਤਾਂ ਉਹ ਵਜ਼ਾਰਤ ਵਿੱਚ ਬਣੇ ਰਹਿਣਗੇ, ਨਹੀਂ ਫਿਰ ਨਵਿਆਂ ਨੂੰ ਮੌਕੇ ਦਿੱਤੇ ਜਾਂਦੇ ਰਹਿਣਗੇ।
पर हाल की घड़ी फेर बदल की कोई संभावना नहीं कि किसी की छांटी की जाए। विभाग कुछ कदे बदले जा सकते हैं, पर वेखते हैं कि नवीं वजीरियां किनू किनू मिलदियां ने। तो अगली जिहड़ी बहुत महत्वपूर्ण जानकारी है, एक विधायक ते एक पेनशन वाली। जिस तरह मैं जिक्र कर रहा कि मार्च महीने भाव 16 मार्च को पंजाब दे विच नवीं सरकार होंद विच आई, उन्होंने फिर अप्रैल के महीने एक विधायक एक पेनशन वाला फैसला किया, एक आर्डीनैंस जारी किया। आर्डीनैंस जो राजपाल साहब को भेजा गया तो पंजाब के गवर्नर बनवारी लाल पुरोहित ने यह लिख के फाइल को वापस भेज दिता कि कहल तो कोई नहीं। जो सैशन आऊ विधान सभा के बिल आयो तो फिर बजट सैशन के बिल लिया गया। बिल के उत्ते बहस हुई। बहस के दौरान मुख्यमंत्री भगवंत मान और विरोधी धिर के आगू प्रताप सिंह बाजवा के विचाले तिखी झड़प भी हुई। एक विधायक एक पेनशन वाला बिल विधान सभा च पेश किया गया तो पास भी हो गया। उहदे अनुसार एक साबका विधायक नूं इक्को वार की पेनशन मिलिया करेगी। बेशक जिहड़ी पेनशन है 60,000 रुपए, उहदे ते डीए जो कि मौजूदा रेट 28% है, कुल मिला के 76,000 ते 800 रुपए प्रति महीना बनता है, वो एक साबका विधायक नूं मिलिया करू। ਇਹਦੇ इलावा 65 साल की उम्र होने ते साबका विधायक नूं 5% बेशक पेनशन दे विच वाधा, 75 साल दे नूं 10%, 80 साल के विधायक नूं 15% बेसिक पेनशन दे विच वाधा मिलेगा। विधान सभा सकत्रेत ते पंजाब सरकार दे कोल साबका विधायकों की लिस्ट विच 239 साबका विधायकों के नाम शामिल ने, जो कि 6 वार 5 वार 4 वार 3 वार या 2 वार की पेनशन लै रहे सी। पर हुण जुलाई महीने तो नवा कानून बन गया, भावें 5 वार बनया, भावें कोई 7 वार बनया, भावें कोई 2 वार बनया, भावें कोई 3 वार बनया, पेनशन इक्को मिलिया करूगी। इस लिस्ट के विच 81 साबका विधायक होर जुड़े है, जो कि 2022 दीआं चोणां दे विच हार गए सी, ਅਤੇ ਇਹ ਸਾਬਕਾ विधायक आपो अपनी पेनशन भाव इक्को वारी की पेनशन लैण का दावा पेश कर सकणगे। हुण जिहड़ी जानकारी मिली है कि बहुते साबका विधायकों के ये गल गलियों हेठ उतरी हुई नहीं कि सानू एक पेनशन, ये तो सोचते ही नहीं। क्या अग्निपथ योजना आ गई, तुसीं खुल के बोले ही नहीं। उन्होंने तो पेनशन भी नहीं। जिस चीज़ का लगातार विरोध होंदा कि ठेके ते मुलाजम क्यों, ठेके ते अध्यापक क्यों, मैं बड़ी बारी आख्या कि की मंत्रियों नूं, की विधायकों नूं, की मैंबर पार्लीमेंट्स नूं ठेके ते रख लिया करिए कि 6 महीने वास्ते किसी ने मैंबर पार्लीमेंट बनना, आ जाओ बई। कोई बोलता ही नहीं खुल के। हुण इहदा मतलब फौज दे विच भी असीं एक किस्म का ठेके ते रख लिया 3-3 सालों वास्ते। पर यह कहते हैं कि ना बई असीं तां 6-6 वारी विधायक बने हैं, साडे तां हक ते डाका है। एक विधायक एक पेनशन एक्ट के विरुद्ध साबका विधायकों ने एक जथेबंदी बना ली है ਅਤੇ जानकारी मिली है कि यह जथेबंदी हुण अदालत का दरवाजा खड़काउण दीआं तैयारियां कर रही है। इस जथेबंदी ने सेवा मुक्त जज जस्टिस निर्मल सिंह, जिहड़े कि एक साबका खुद भी विधायक ने, उन्हां साबका विधायकों ने जस्टिस निर्मल सिंह होरां नूं अपनी जथेबंदी का प्रधान चुन लिया तो मोहाली दे विच इस जथेबंदी ने मीटिंग की है। कार्यकारिणी की बैठक दे विच पेनशन के मुद्दे ते घंटियां बद्धी इन्हां दी चर्चा हुई है तो चर्चा करन तो बाद च सीनियर साबका विधायकों का एक 8 मैंबरी वफद विधान सभा के सकत्तर सुरिंदरपाल नूं मिलिया ਅਤੇ पेनशन संबंधी 1977 ਦੇ ਵਿੱਚ पास किए गए एक्ट 2016 ਵਿੱਚ इस मासिक पेनशन ਵਿੱਚ ਕੀਤੇ ਵਾਧੇ ਬਾਰੇ ਤਰਮੀਮ ਤੇ ਹੋਰ ਕੁਝ ਨੁਕਤਿਆਂ ਤੇ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ। ਇਸ ਵਫਦ ਦੇ ਵਿੱਚ 6 ਵਾਰ ਦੇ ਵਿਧਾਇਕ ਰਹੇ ਸਰਵਣ ਸਿੰਘ ਫਲੌਰ, 5 ਵਾਰ ਦੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ, 3 ਵਾਰੀ ਦੇ ਸਾਬਕਾ ਵਿਧਾਇਕ ਸ਼ੇਰ ਸਿੰਘ ਘੁਬਾਇਆ, ਇਹਨਾਂ ਦੇ ਨਾਲ ਤੀਖਣ ਸੂਦ, ਤੇਜ ਪ੍ਰਕਾਸ਼ ਸਿੰਘ ਅਤੇ ਰਣਜੀਤ ਸਿੰਘ ਛੱਜਲ ਵੱਡੀ ਸ਼ਾਮਲ ਸੀ। ਇਹਨਾਂ ਤੋਂ ਇਲਾਵਾ 2 ਵਾਰ ਦੇ ਵਿਧਾਇਕ ਰਹੇ ਤਰਲੋਚਨ ਸਿੰਘ ਅਤੇ ਬਲਵੀਰ ਸਿੰਘ ਮਿਆਣੀ ਨੇ ਵੀ ਇਸ ਗਰੁੱਪ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਹਨਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਇੱਕ ਵਾਰ ਜਿਹੜਾ ਵਿਧਾਇਕ ਬਣਦਾ ਹੈ, ਜੇ ਉਹ ਵਾਰ-ਵਾਰ ਵਿਧਾਇਕ ਬਣਿਆ ਹੈ ਤਾਂ ਵੀ ਉਹਦੀ ਮਿਹਨਤ ਸੀ। ਇਹਦਾ ਮਤਲਬ ਉਹ ਕਹਿੰਦੇ ਜੇ ਅਸੀਂ 5 ਵਾਰ 4 ਵਾਰ 3 ਵਾਰ 2 ਵਾਰ ਵਿਧਾਇਕ ਬਣੇ ਤਾਂ ਇਹ ਨਵਾਂ ਐਕਟ ਸਾਡੇ ਤੇ ਲਾਗੂ ਨਾ ਹੋਵੇ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਨਵਾਂ ਐਕਟ ਕਿਹਦੇ ਤੇ ਲਾਗੂ ਹੋਵੇ। ਫਿਰ ਉਹ ਕਹਿੰਦੇ ਜਿਹੜੇ ਅਸੀਂ ਪੁਰਾਣਿਆਂ ਤੇ ਨਹੀਂ ਲਾਗੂ ਹੋਣਾ ਚਾਹੀਦਾ। ਠੀਕ ਆ, ਲਾਗੂ ਕਰਨਾ ਸਰਕਾਰ ਕਰੇ, ਪਰ ਆ ਨਵੇਂ ਜਿਹੜੇ ਆ ਹੁਣ 2022 ਦੇ ਵਿੱਚ ਜਿਹੜੇ ਚੋਣ ਲੜੇ ਹੈ,
ਜਿਹੜੇ 27 ਚ ਹਾਰ ਜਾਣਗੇ ਔਰ ਜਿਹੜੇ 22 ਚ ਜਿੱਤੇ ਹੋਏ ਨੇ, ਜੇ 27 ਚ ਦੁਬਾਰਾ ਚੋਣ ਲੜੀ, ਦੁਬਾਰਾ ਇਹ ਨਾ ਜਿੱਤ ਸਕੇ, ਜਿਹੜੇ ਇਹ ਸਾਬਕਾ ਹੋਣਗੇ ਇਹਨਾਂ ਦੇ ਉੱਤੇ ਇਹ ਨਵਾਂ ਐਕਟ ਲਾਗੂ ਹੋਵੇ। ਉਹ ਕਹਿੰਦੇ ਜੇ ਅਸੀਂ 6 ਵਾਰ ਵਿਧਾਇਕ ਬਣੇ ਆ ਤਾਂ ਸਾਨੂੰ 6 ਪੈਨਸ਼ਨਾਂ ਮਿਲਣ। ਹੁਣ ਤੁਸੀਂ ਦੇਖ ਲਓ ਕਿ ਪੰਜਾਬ ਦੇ ਖਜ਼ਾਨੇ ਦੇ ਬਾਬਤ ਸਾਰੇ ਕਹਿੰਦੇ ਅਸੀਂ ਸੁਹਿਰਦ ਹਾਂ। ਇਹ ਗੱਲ ਸਾਰੇ ਕਹਿੰਦੇ ਆ ਕਿ ਖਜ਼ਾਨਾ ਖਾਲੀ ਹੋ ਗਿਆ, ਹੋਇਆ ਕਿਵੇਂ ਬਈ? ਤੁਹਾਨੂੰ 5-5 7-7 ਪੈਨਸ਼ਨਾਂ ਵੀ ਮਿਲਣ, ਤੁਹਾਡੇ ਖਰਚੇ ਵੀ ਸਰਕਾਰ ਚੁੱਕੇ, ਅਤੇ ਇਹਦੇ ਨਾਲ ਜਦੋਂ ਤੁਸੀਂ ਉੱਥੇ ਸਾਬਕਾ ਨਹੀਂ ਮੌਜੂਦਾ ਹੁੰਦੇ ਹੋ, ਉੱਥੇ ਤੁਸੀਂ ਚੋਰ ਮਘੋਰੇ ਕਰਕੇ ਖਜ਼ਾਨਾ ਵੀ ਲੁੱਟੋ, ਔਰ ਯੋਗ ਉਮੀਦਵਾਰ ਵਿਚਾਰੇ ਚਪੜਾਸੀ ਵੀ ਨਾ ਲੱਗ ਸਕਣ। ਹੈਰਾਨ ਹੈ ਵੈਸੇ ਮੈਂ, ਪਰ ਦੇਖ ਲਓ ਇਹਨਾਂ ਦੇ ਅੰਦਰ ਨੀਅਤ ਤੇ ਨੀਤ ਇਹਨਾਂ ਦੀ ਕਿਹੋ ਜਿਹੀ ਆ, ਅੰਦਰ ਇਹਨਾਂ ਦਾ ਕੀ ਚੱਲਦਾ, ਇਸ ਮੀਟਿੰਗ ਨੇ ਉਹ ਗੱਲ ਜੱਗ ਜ਼ਾਹਰ ਕਰ ਦਿੱਤੀ ਹੈ। ਹੁਣ ਅਗਲੀ ਖਬਰ ਭੱਠਾ ਮਾਲਕਾਂ ਦੀ ਹੈ। ਭੱਠਾ ਮਾਲਕ ਕਹਿੰਦੇ ਸਾਡਾ ਭੱਠਾ ਬਿਠਾਉਣ ਤੇ ਤੁਲ ਗਈ ਹੈ ਕੇਂਦਰ ਸਰਕਾਰ। ਇਸ ਕਰਕੇ ਪੰਜਾਬ ਭਰ ਦੇ ਭੱਠਾ ਮਾਲਕਾਂ ਦੀ ਇੱਕ ਹੰਗਾਮੀ ਮੀਟਿੰਗ ਮੁੱਲਾਂਪੁਰ ਦਾਖਾਂ ਦੇ ਵਿੱਚ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਉਸ ਮੀਟਿੰਗ ਦੇ ਵਿੱਚ ਭੱਠਾ ਮਾਲਕ ਸਮੁੱਚੇ ਪੰਜਾਬ ਤੋਂ ਪਹੁੰਚੇ ਅਤੇ ਵੱਡਾ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਕੋਈ ਵੀ ਭੱਠਾ ਮਾਲਕ ਇੱਟਾਂ ਦੀ ਸਪਲਾਈ ਨਹੀਂ ਕਰੂਗਾ। ਭੱਠਾ ਮਾਲਕਾਂ ਦੇ ਵੱਲੋਂ ਅਣਮਿੱਥੇ ਸਮੇਂ ਲਈ ਇੱਟਾਂ ਵਾਲੇ ਪੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਭੱਠਾ ਮਾਲਕਾਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਆਖਿਆ ਕਿ ਜਿੰਨਾ ਚਿਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੂ, ਉਹਨਾਂ ਚਿਰ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਇੱਕ ਵੀ ਇੱਟ ਦੀ ਸਪਲਾਈ ਨਹੀਂ ਕਰਾਂਗੇ। ਹੁਣ ਦੇਖ ਲਓ ਕਿ ਉਹ ਸਾਰੀਆਂ ਕਿੰਨੀਆਂ ਹੁੰਦੀਆਂ ਨੇ, ਇੱਟਾਂ ਦੀ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਰਹਿੰਦੀ ਹੈ। ਭੱਠਾ ਮਾਲਕਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਇਹ ਆਖ ਦਿੱਤਾ ਕਿ ਕੋਲੇ ਦਾ ਭਾਅ ਤਕਰੀਬਨ 1 ਸਾਲ ਪਹਿਲਾਂ 9,000 ਰੁਪਏ ਟਨ ਸੀ, ਪਰ ਉਹ ਕਹਿੰਦੇ ਹੁਣ 9,000 ਟਨ ਦੀ ਬਜਾਏ ਇਹਦੀ ਕੀਮਤ ਵੱਧ ਕੇ 25,000 ਰੁਪਏ ਟਨ ਹੋ ਗਈ ਹੈ। ਕਹਿੰਦੇ ਸਾਨੂੰ ਭੱਠਾ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ। GST ਪਹਿਲਾਂ ਕਹਿੰਦੇ 5% ਸੀ, ਹੁਣ ਸਰਕਾਰ ਨੇ ਵਧਾ ਕੇ 12% ਕਰ ਦਿੱਤੀ। ਉਹ ਕਹਿੰਦੇ ਮਾਈਨਿੰਗ ਫੀਸ ਦਾ ਰੇਟ ਵਧਾ ਦਿੱਤਾ, ਦੁੱਗਣਾ ਕਰ ਦਿੱਤਾ। ਉਹ ਕਹਿੰਦੇ ਸਾਰੀਆਂ ਮੁਸ਼ਕਲਾਂ ਸਾਨੂੰ ਇਹ ਝੱਲਣੀਆਂ ਕਿਉਂ ਪੈ ਰਹੀਆਂ ਨੇ? ਭੱਠਾ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਇਲੇ ਦਾ ਭਾਅ ਨਾ ਘਟਾਇਆ, GST, ਮਾਈਨਿੰਗ ਫੀਸ ਅਤੇ ਹੋਰ ਜਿਹੜੀਆਂ ਭੱਠਾ ਮਾਲਕਾਂ ਨੂੰ ਦਿੱਕਤਾਂ ਸਮੱਸਿਆਵਾਂ ਆ ਰਹੀਆਂ ਨੇ, ਇਹਨਾਂ ਦਾ ਹੱਲ ਨਾ ਕੀਤਾ ਤੇ ਸੰਘਰਸ਼ ਹੋਰ ਤਿੱਖਾ ਕਰਾਂਗੇ। ਭੱਠਾ ਮਾਲਕਾਂ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਉਹਨਾਂ ਦਾ ਭੱਠਾ ਨਾ ਬਿਠਾਵੇ। ਅਸੀਂ ਪਹਿਲਾਂ ਵੀ ਕੋਈ ਬਹੁਤੇ ਸੁਖਾਲੇ ਸਾਹ ਨਹੀਂ ਲੈ ਰਹੇ, ਪਰ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਅਸੀਂ ਇਹਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਜਿੰਨੀ ਦੇਰ ਤੱਕ ਮੰਗਾਂ ਮੰਨੀਆਂ ਨਹੀਂ ਜਾਣਗੀਆਂ, ਇਹ ਸੰਘਰਸ਼ ਜਾਰੀ ਵੀ ਰਹੂ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨੂੰ ਤਿੱਖਾ ਵੀ ਕੀਤਾ ਜਾਊ। ਤੇ ਅਗਲੀ ਜਿਹੜੀ ਖਬਰ ਆ ਉਹ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਸਮੁੱਚੀ ਭਾਰਤ ਦੀ ਕਿਸਾਨੀ ਦੇ ਨਾਲ ਜੁੜੀ ਖਬਰ ਹੈ। ਦਰਅਸਲ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਸਮੁੱਚੇ ਭਾਰਤ ਦੇ ਵਿੱਚੋਂ ਬੈਠੇ ਰਹੇ। ਆਖਰਕਾਰ ਕੁਝ ਮੰਗਾਂ ਤੇ ਸਹਿਮਤੀ ਹੋਈ। ਉਹਨਾਂ ਵਿੱਚੋਂ MSP ਵਾਲੀ ਮੰਗ ਇੱਕ ਸੀ, ਪਰ ਉਹ ਹਾਲੇ ਜਿਉਂ ਦੀ ਤਿਉਂ ਊਂਠ ਦੇ ਬੁੱਲ ਵਾਂਗੂ ਲਮਕੀ ਜਾਂਦੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਆਖਿਆ ਕਿ ਘੱਟੋ ਘੱਟ ਸਮਰਥਨ ਮੁੱਲ ਭਾਵ MSP ਤੈਅ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਣਾ ਹੈ ਤੇ ਉਸ ਗਠਨ ਦੀ ਪ੍ਰਕਿਰਿਆ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਾਲੇ ਤੱਕ ਕਹਿੰਦੇ ਕੋਈ ਨਾਂ ਨਹੀਂ ਦਿੱਤਾ ਗਿਆ। ਇਸ ਕਮੇਟੀ ਦੇ ਵਿੱਚ ਸਿਰਫ ਤੇ ਸਿਰਫ ਇਹ ਨਾਂ ਨਾ ਮਿਲਣੇ ਇੱਕ ਅੜਿੱਕਾ ਬਣਿਆ ਹੋਇਆ। ਕਹਿੰਦੇ ਭਾਰਤ ਵਿੱਚ ਫਸਲ ਬੰਪਰ ਪੈਦਾਵਾਰ ਹੋ ਰਹੀ ਹੈ, ਜਿਹਨੂੰ ਖਰੀਦ ਕੇ ਸਰਕਾਰ ਕਿਸਾਨਾਂ ਨੂੰ ਲਗਾਤਾਰ ਮੁਨਾਫਾ ਦੇ ਰਹੀ ਹੈ। ਉਹ ਕਹਿੰਦੇ 10 ਸਾਲਾਂ ਤੱਕ UPA ਦੀ ਸਰਕਾਰ ਦੇ ਦੌਰਾਨ ਸਵਾਮੀਨਾਥਨ ਕਮੇਟੀ ਨੇ ਘੱਟੋ ਘੱਟ ਸਮਰਥਨ ਵਧਾਉਣ ਦੀ ਸਿਫਾਰਿਸ਼ ਕੀਤੀ ਸੀ, ਪਰ ਕਾਂਗਰਸ ਨੇ ਉਹਨੂੰ ਦਬਾ ਕੇ ਰੱਖ ਲਿਆ। ਹੁਣ ਕਹਿੰਦੇ ਸਾਡੀ ਸਰਕਾਰ ਆਈ, ਸੌਣੀ ਦੀਆਂ 14 ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਵਧਾ ਕੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਸੀ ਦਿੱਤਾ ਹੈ। ਖੇਤੀਬਾੜੀ ਖੇਤਰ ਦੇ ਵਿੱਚ ਨਿਵੇਸ਼ ਵਧਾਉਣ ਲਈ 1 ਲੱਖ ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਫੰਡ ਬਣਾਇਆ ਗਿਆ ਹੈ। ਉਹ ਕਹਿੰਦੇ ਕੇਂਦਰ ਸਰਕਾਰ ਦੇ ਯਤਨਾਂ ਦੇ ਨਾਲ ਕਿਸਾਨ ਹੁਣ ਜੈਵਿਕ ਖੇਤੀ ਤੇ ਖੇਤੀ ਵਿਭਿੰਨਤਾ ਵਿੱਚ ਲਗਾਤਾਰ ਸਰਗਰਮੀ ਨਾਲ ਯੋਗਦਾਨ ਵੀ ਪਾ ਰਿਹਾ ਹੈ। ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਹੋਵੇਗਾ। ਅਸਲ ਦੇ ਵਿੱਚ ਇਹ ਸਾਰੀਆਂ ਗੱਲਾਂ ਕਰਨਾਲ ਦੇ ਵਿੱਚ ਨੈਸ਼ਨਲ ਡੇਅਰੀ ਰਿਸਰਚ ਫੈਸਟੀਵਲ ਸੀ, ਉੱਥੇ ਪਹੁੰਚੇ ਹੋਏ ਸੀ, ਉੱਥੇ ਉਹਨਾਂ ਨੇ ਗੱਲਬਾਤ ਕਰਦਿਆਂ ਕੀਤੇ। ਪਰ ਦੂਸਰੇ ਪਾਸੇ ਇਹ ਤਾਂ ਕਹਿੰਦੇ ਨੇ ਕਿ ਕਿਸਾਨ ਆਗੂ ਸਾਨੂੰ MSP ਵਾਲੀ ਕਮੇਟੀ ਵਿੱਚ ਨਾਂ ਨਹੀਂ ਭੇਜ ਰਹੇ। ਕਿਸਾਨ ਆਗੂ ਕੀ ਕਹਿੰਦੇ ਨੇ? ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਚਿੱਠੀ ਵੀ ਪਾਈ, ਕੋਈ ਜਵਾਬ ਨਹੀਂ ਆਇਆ।
ਅਸੀਂ ਈਮੇਲ ਵੀ ਕੀਤੀ, ਕੋਈ ਜਵਾਬ ਨਹੀਂ ਆਇਆ। ਉਹ ਕਹਿੰਦੇ ਨਾ ਮੇਲ ਦਾ ਨਾ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਕਮੇਟੀ ਕਦੋਂ ਬਣਾਉਣੀ ਹੈ, ਕਮੇਟੀ ਦੇ ਵਿੱਚ ਸਰਕਾਰ ਦਾ ਕੌਣ ਨੁਮਾਇੰਦਾ ਹੋਏਗਾ, ਇਹਦੀ ਸਾਨੂੰ ਜਾਣਕਾਰੀ ਦਿੱਤੀ ਜਾਵੇ। ਕਮੇਟੀ ਜਿਹੜੀ ਬਣੂਗੀ ਕੀ ਉਹ ਸਾਡੀਆਂ ਜਿਹੜੀਆਂ ਸਿਫਾਰਿਸ਼ਾਂ ਹੋਣਗੀਆਂ ਉਹਦੇ ਉੱਤੇ ਵੀ ਗੌਰ ਫਰਮਾਊਗੀ, ਕਿ ਉਹਦਾ ਸਟਰਕਚਰ ਦੱਸਿਆ ਜਾਵੇ, ਉਹਦੇ ਵਿੱਚ ਕੌਣ ਹੋਊਗਾ, ਉਹ ਕੰਮ ਕਿਵੇਂ ਕਰੂਗੀ। ਉਹ ਕਹਿੰਦੇ ਕੇਂਦਰ ਸਰਕਾਰ ਸਾਨੂੰ ਕੋਈ ਜਵਾਬ ਹੀ ਨਹੀਂ ਦਿੰਦੀ। ਹੁਣ ਤੁਸੀਂ ਦੇਖੋ ਕਿ ਮੰਤਰੀ ਜੀ ਹੋਰ ਕੁਝ ਕਹੀ ਜਾਂਦੇ ਨੇ ਤੇ ਕਿਸਾਨ ਆਗੂ ਕੁਝ ਹੋਰ ਕਹੀ ਜਾਂਦੇ ਨੇ। ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ MSP ਦੇ ਉੱਤੇ MSP ਬਣਾਉਣ ਵਾਲੀ ਕਮੇਟੀ ਨੂੰ ਲੈ ਕੇ ਹਾਲੇ ਵੀ ਕਿਸਾਨਾਂ ਅਤੇ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਵਿਚਕਾਰ ਪੇਚ ਫਸਿਆ ਹੋਇਆ ਹੈ। ਪਰ ਇੱਕ ਗੱਲ ਤੇ ਹੈ, ਹੁਣ ਤੋਮਰ ਸਾਹਿਬ ਕਹਿੰਦੇ ਨੇ ਕਿ ਪਹਿਲੀ ਸਰਕਾਰ ਭਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ UPA ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਹੀ ਨਹੀਂ ਕੀਤੀਆਂ। ਤੁਸੀਂ ਜਾਣਕਾਰੀ ਸਾਡੀ 'ਚ ਵਾਧਾ ਕਰਿਓ ਤੋਮਰ ਸਾਹਿਬ ਕਿ ਤੁਸੀਂ ਲਾਗੂ ਕਰ ਦਿੱਤੀਆਂ। 2014 ਤੋਂ ਪਹਿਲਾਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ, ਉਸ ਵਕਤ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸੀ, ਉਹਨਾਂ ਦੀਆਂ ਰੈਲੀਆਂ ਕੱਢ ਕੇ ਤੁਸੀਂ ਵੀ ਸੁਣ ਲਓ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਾਂ ਕਹਿੰਦੇ ਸੀ ਅਸੀਂ ਲਾਗੂ ਕਰ ਦਿਆਂਗੇ, ਸੱਚਮੁੱਚ ਦੱਸ ਦਿਓ ਲਾਗੂ ਕਰ ਦਿੱਤੀ। ਸੋ ਕਹਿਣ ਤੇ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ। ਤੇ ਅਗਲੀ ਜਿਹੜੀ ਜਾਣਕਾਰੀ ਹੈ ਨੂਪਰ ਸ਼ਰਮਾ ਤੇ ਭਾਜਪਾ ਦੇ ਨਾਲ ਜੁੜੀ ਹੋਈ ਹੈ। ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੀਆਂ ਤਿੱਖੀਆਂ ਝਾੜਾਂ ਨੇ। ਤੁਹਾਨੂੰ ਯਾਦ ਹੋਣਾ ਹੈ ਪੈਗੰਬਰ ਮੁਹੰਮਦ ਸਾਹਿਬ ਦੇ ਬਾਬਤ ਇੱਕ ਟਿੱਪਣੀ ਕੀਤੀ ਗਈ ਸੀ। ਉਸ ਕਥਿਤ ਟਿੱਪਣੀ ਨੂੰ ਲੈ ਕੇ ਭਾਜਪਾ ਦੀ ਸਾਬਕਾ ਬੁਲਾਰਾ ਨੂਪਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਝਾੜਾਂ ਪਾਈਆਂ ਨੇ। ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਸਾਹਿਬ ਬਾਰੇ ਟਿੱਪਣੀ ਤੇ ਨਾਰਾਜ਼ਗੀ ਪ੍ਰਗਟਾਈ ਹੈ। ਨਾਰਾਜ਼ਗੀ ਜ਼ਾਹਰ ਕਰਦਿਆਂ ਨੂਪਰ ਸ਼ਰਮਾ ਦੀ ਬਿਆਨਬਾਜ਼ੀ ਕਰਨ, ਉਹ ਕਹਿੰਦੇ ਉਦੈਪੁਰ ਦੇ ਵਿੱਚ ਇੱਕ ਬਹੁਤ ਦੁਖਦ ਘਟਨਾ ਵਾਪਰ ਗਈ, ਇਹ ਉਹਦੀ ਟਿੱਪਣੀ ਦਾ ਕਾਰਨ ਹੈ। ਉਹ ਕਹਿੰਦੇ ਕਿਸੇ ਪਾਰਟੀ ਦੀ ਬੁਲਾਰਨ ਹੈ, ਇਹਦਾ ਮਤਲਬ ਇਹ ਤਾਂ ਨਹੀਂ ਕਿ ਜੋ ਕੁਝ ਮੂੰਹ 'ਚ ਆਵੇ ਉਹ ਬੋਲੀ ਜਾਵੇ। ਮਾਨਯੋਗ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਅਸੀਂ TV ਬਹਿਸ ਦੇਖੀ ਹੈ, ਉਸ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਤੋਂ ਬਾਅਦ ਉਸਨੇ ਜੋ ਕਿਹਾ ਉਹ ਅਤ ਸ਼ਰਮਨਾਕ। ਉਹਨੂੰ TV ਦੇ ਉੱਤੇ, ਭਾਵ ਨੂਪਰ ਸ਼ਰਮਾ ਨੂੰ ਆਖਿਆ ਕਿ ਤੁਹਾਨੂੰ TV ਦੇ ਉੱਤੇ ਆ ਕੇ ਪੂਰੇ ਮੁਲਕ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਦੇ ਵਿੱਚ ਅੱਗੇ ਇਹ ਵੀ ਕਿਹਾ ਹੈ ਕਿ ਨੂਪਰ ਸ਼ਰਮਾ ਦੇ ਬਿਆਨ ਨੇ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ। ਉਹ ਕਹਿੰਦੇ ਅੱਜ ਦੇਸ਼ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਵਾਸਤੇ ਉਹ ਜ਼ਿੰਮੇਵਾਰ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਜੋ ਕੀਤਾ ਉਹਦੇ ਤੇ ਸਾਡਾ ਮੂੰਹ ਨਾ ਖਲਵਾਓ। ਇਹਦਾ ਮਤਲਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਸੰਤੁਸ਼ਟ ਨਹੀਂ ਸੁਪਰੀਮ ਕੋਰਟ। ਉਹ ਕਹਿੰਦੇ ਸਾਡਾ ਮੂੰਹ ਨਾ ਖਲਾਓ। ਸੁਪਰੀਮ ਕੋਰਟ ਕਹਿੰਦੀ ਪੁਲਿਸ ਦੀ ਕਾਰਗੁਜ਼ਾਰੀ ਤੇ, ਕਹਿੰਦੇ ਉਸ ਨੂੰ ਹੁਣ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਇਹ ਟਿੱਪਣੀ ਉਸ ਦੇ ਹੰਕਾਰੀ ਰਵੱਈਏ ਨੂੰ ਦਰਸਾਉਂਦੀ ਹੈ। ਜੇਕਰ ਉਹ ਕਿਸੇ ਪਾਰਟੀ ਦੀ ਕਹਿੰਦੇ ਬੁਲਾਰਨ ਹੈ ਤਾਂ ਉਸ ਨੂੰ ਕੁਝ ਕਹਿਣ ਦਾ ਅਧਿਕਾਰ ਨਹੀਂ ਮਿਲ ਗਿਆ। ਅਦਾਲਤ ਨੇ ਕਿਹਾ ਕਿ ਜਿਨ੍ਹਾਂ ਖਿਲਾਫ ਨੂਪਰ ਸ਼ਰਮਾ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਝਟਪਟ ਗ੍ਰਿਫਤਾਰ ਕਰ ਲਿਆ, ਪਰ ਨੂਪਰ ਸ਼ਰਮਾ ਨੂੰ ਕੁਝ ਵੀ ਨਹੀਂ ਹੋਇਆ, ਉਹਨੂੰ ਕੁਝ ਵੀ ਨਹੀਂ ਕਿਹਾ। ਦਰਅਸਲ ਨੂਪਰ ਸ਼ਰਮਾ ਨੇ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਕਥਿਤ ਟਿੱਪਣੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਨੂਪਰ ਸ਼ਰਮਾ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਹ ਮੰਗ ਕੀਤੀ ਸੀ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ, ਵੱਖ-ਵੱਖ ਰਾਜਾਂ ਦੇ ਵਿੱਚ ਉਹਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹੈ, ਉਹ ਸਾਰੇ ਕੇਸ ਦਿੱਲੀ ਟਰਾਂਸਫਰ ਕੀਤੇ ਜਾਣ, ਜਿਸ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਕੀਤੀ ਗਈ। ਦੱਸਣਾ ਬਣਦਾ ਕਿ ਨੂਪਰ ਸ਼ਰਮਾ ਦੇ ਖਿਲਾਫ ਦਿੱਲੀ 'ਚ, ਕੋਲਕਾਤਾ 'ਚ, ਬਿਹਾਰ 'ਚ, ਪੁਣੇ 'ਚ, ਬਹੁਤ ਸਾਰੇ ਥਾਵਾਂ ਦੇ ਉੱਤੇ, ਬਹੁਤ ਸਾਰੇ ਰਾਜਾਂ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਹੋ ਗਏ ਹੈ। ਨੂਪਰ ਸ਼ਰਮਾ ਨੇ ਆਪਣੀ ਅਰਜ਼ੀ ਦੇ ਵਿੱਚ ਲਿਖਿਆ ਸੀ ਕਿ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਵੱਖ-ਵੱਖ ਰਾਜਾਂ ਦੇ ਵਿੱਚ ਉਹਦੇ ਖਿਲਾਫ ਮੁਕੱਦਮੇ ਦਰਜ ਹੋ ਗਏ ਹੈ। ਉਹ ਜੇ ਉੱਥੇ ਜਾਊ ਤਾਂ ਉਹਦੀ ਜਾਨ ਨੂੰ ਖਤਰਾ ਪੈਦਾ ਹੋ ਜੂ। ਇਸ ਕਰਕੇ ਸਾਰੇ ਦੇ ਸਾਰੇ ਕੇਸ ਦਿੱਲੀ ਟਰਾਂਸਫਰ, ਦਿੱਲੀ ਤਬਦੀਲ ਕਰ ਦਿੱਤੇ ਜਾਣ ਕਿ ਮੈਨੂੰ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਸ ਕਰਕੇ ਵੱਖ-ਵੱਖ ਰਾਜਾਂ ਦੇ ਵਿੱਚ ਪੁੱਛਗਿੱਛ ਦੇ ਦੌਰਾਨ ਜਾਂ ਜਦੋਂ ਕਿਸੇ ਪੇਸ਼ੀ ਤੇ ਜਾਏਗੀ ਉਹਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਹਦੇ ਕਰਕੇ ਦਿੱਲੀ ਸਾਰੇ ਕੇਸ ਆ ਜਾਣ ਮੇਰੇ ਵਾਸਤੇ ਸੁਖਾਲਾ ਹੋ ਜਾਊਗਾ। ਪਿਛਲੇ ਦਿਨੀ ਨੂਪਰ ਸ਼ਰਮਾ ਨੇ ਦਿੱਲੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ। ਦੱਸਣਾ ਬਣਦਾ ਕਿ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਦੇ ਵਿੱਚ ਮਿਲੇ ਕਥਿਤ ਸ਼ਿਵਲਿੰਗ ਨੂੰ ਲੈ ਕੇ ਇੱਕ TV ਬਹਿਸ ਚੱਲ ਰਹੀ ਸੀ। ਉਸ TV ਡਿਬੇਟ ਦੇ ਦੌਰਾਨ ਨੂਪਰ ਸ਼ਰਮਾ ਨੇ ਕਥਿਤ ਤੌਰ ਤੇ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਵਿਵਾਦਤ ਟਿੱਪਣੀਆਂ ਕੀਤੀਆਂ ਸੀ, ਜਿਸ ਕਾਰਨ ਉਹਦੀ ਸਖਤ ਆਲੋਚਨਾ ਹੋਈ ਸੀ। ਇੰਨਾ ਹੀ ਨਹੀਂ, ਭਾਜਪਾ ਦੀ ਦਿੱਲੀ ਇਕਾਈ ਦੇ
ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਨੂੰ ਵੀ ਕਥਿਤ ਟਿੱਪਣੀ ਵਾਸਤੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਦੱਸਣਾ ਬਣਦਾ ਕਿ ਦਿੱਲੀ ਪੁਲਿਸ ਨੇ ਨੂਪੁਰ ਸ਼ਰਮਾ, ਨਵੀਨ ਜਿੰਦਲ, AIMIM ਦੇ ਮੁਖੀ ਅਸਦੁਦੀਨ ਓਵੈਸੀ, ਵਿਵਾਦਤ ਸੰਤ ਯਤੀ ਨਰਸਿਮਹਾਨੰਦ ਅਤੇ ਕਈ ਹੋਰਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਜਨਤਕ ਸ਼ਾਂਤੀ ਨੂੰ ਭੜਕਾਉਣ, ਜਨਤਕ ਸ਼ਾਂਤੀ ਭੰਗ ਕਰਨ ਅਤੇ ਕੁਝ ਇਸ ਤਰ੍ਹਾਂ ਦੇ ਪੋਸਟ ਸ਼ੇਅਰ ਕਰਨ ਜਿਸ ਦੇ ਨਾਲ ਭੜਕਾਹਟ ਪੈਦਾ ਹੁੰਦੀ ਹੈ ਤੇ ਉਹਨਾਂ ਨੂੰ ਅੱਗੇ ਸ਼ੇਅਰ ਕਰਨ ਦੇ ਦੋਸ਼ਾਂ ਦੇ ਅਧੀਨ FIR ਦਰਜ ਕੀਤੀ ਹੈ। ਪੁਲਿਸ ਦੇ ਅਨੁਸਾਰ ਇਹਨਾਂ ਸਾਰਿਆਂ ਦੇ ਵਿਰੁੱਧ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹਨਾਂ 'ਚ 153 ਲੱਗੀ ਹੈ। 153 ਹੁੰਦੀ ਹੈ ਦੰਗੇ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਉਕਸਾਉਣਾ। 295 ਹੈ ਕਿਸੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨਾਂ ਦਾ ਵੀ ਅਪਮਾਨ ਕਰਨਾ। ਧਾਰਾ 505 ਵੀ ਲਾਈ ਹੈ। ਧਾਰਾ 505 ਹੁੰਦੀ ਹੈ ਜਨਤਕ ਤੌਰ ਤੇ ਸ਼ਰਾਰਤ ਕਰਨ ਵਾਲੇ ਬਿਆਨ ਦੇਣਾ। ਇਹਨਾਂ ਧਾਰਾਵਾਂ ਦੇ ਤਹਿਤ ਪੀਨਲ ਕੋਡ ਦੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਕੇਸ ਦਰਜ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਮਾਮਲਾ ਨੂਪੁਰ ਸ਼ਰਮਾ ਦੇ ਖਿਲਾਫ ਹੈ, ਦੂਜਾ ਓਵੈਸੀ ਦੇ ਖਿਲਾਫ ਹੈ, ਜਿੰਦਲ ਦੇ ਖਿਲਾਫ ਹੈ, ਨਰਸਿਮਹਾਨੰਦ ਦੇ ਖਿਲਾਫ ਹੈ, ਸਾਦਾਬ ਚੌਹਾਨ ਦੇ ਖਿਲਾਫ ਹੈ, ਸਬਾ ਨਕਵੀ, ਮੌਲਾਨਾ ਮੁਫਤੀ ਅਬਦੁਰ ਰਹਿਮਾਨ ਅਤੇ ਗੁਲਜ਼ਾਰ ਅੰਸਾਰੀ ਸਮੇਤ ਕਈ ਹੋਰਨਾਂ ਦੇ ਖਿਲਾਫ ਵੀ ਇਹਨਾਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰ ਤੁਸੀਂ ਇਹ ਦੇਖੋ, ਭਾਵੇਂ ਨੂਪੁਰ ਸ਼ਰਮਾ ਹੈ, ਭਾਵੇਂ ਜਿੰਦਲ ਹੈ, ਭਾਜਪਾ ਨੇ ਭਾਵੇਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ, ਪਰ ਕੀ ਸੱਚਮੁੱਚ ਜਿਹੜੇ ਉਹਦੇ ਬੁਲਾਰੇ ਨੇ ਕੀ ਉਹਨਾਂ ਦੀ ਆਈਡੀਓਲੋਜੀ ਸੀ? ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਅਸਲ ਦੇ ਵਿੱਚ ਉਹ ਤਾਂ ਇੱਕ ਪਾਰਟੀ ਦਾ ਬੁਲਾਰਾ ਨੇ, ਪਾਰਟੀ ਦਾ ਫੇਸ ਨੇ, ਜੋ ਪਾਰਟੀ ਦੀ ਸੋਚ ਹੈ ਕਿਤੇ ਨਾ ਕਿਤੇ ਉਹ ਰਿਫਲੈਕਟ ਕਰਦੀ ਉਹਨਾਂ ਦੇ ਬਿਆਨਾਂ 'ਚੋਂ। ਪਰ ਜਦੋਂ ਸੁਪਰੀਮ ਕੋਰਟ ਨੇ ਝਾੜਾਂ ਪਾਈਆਂ ਨੇ ਤਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹਨਾਂ ਅਦਾਲਤੀ ਟਿੱਪਣੀਆਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਪ੍ਰਗਟਾਈ ਹੈ। ਉਹਨਾਂ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਮੁਲਕ ਦੀ ਸਭ ਤੋਂ ਸਿਖਰਲੀ ਅਦਾਲਤ, ਸਰਵਉੱਚ ਅਦਾਲਤ ਨੇ ਜੋ ਗੱਲਾਂ ਭਾਜਪਾ ਦੇ ਅਤੀਤ ਨੂੰ ਲੈ ਕੇ ਆਖੀਆਂ ਨੇ ਉਹਦੇ ਨਾਲ ਭਾਜਪਾ ਦਾ ਅਸਲੀ ਚਿਹਰਾ ਦਿਖਿਆ। ਭਾਜਪਾ ਨੂੰ ਇਸ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖ ਲੈਣਾ ਚਾਹੀਦਾ। ਚਿਹਰਾ ਦੇਖਣ ਤੋਂ ਬਾਅਦ ਕਹਿੰਦੇ ਇਹ ਨਹੀਂ ਕਿ ਚਿਹਰਾ ਦੇਖ ਲਿਆ, ਚਿਹਰਾ ਦੇਖਣ ਤੋਂ ਬਾਅਦ ਫਿਰ ਸ਼ਰਮ ਨਾਲ ਆਪਣਾ ਸਿਰ ਝੁਕਾ ਵੀ ਲੈਣਾ ਚਾਹੀਦਾ। ਉਹਨਾਂ ਇਹ ਵੀ ਆਖਿਆ ਕਿ ਅਦਾਲਤ ਦੀ ਇਸ ਟਿੱਪਣੀ ਜਾਂ ਇਹਨਾਂ ਟਿੱਪਣੀਆਂ ਨਾਲ ਉਹਨਾਂ ਲੋਕਾਂ ਨੂੰ ਰਾਹਤ ਮਿਲੀ ਹੈ ਜੋ ਵਿਨਾਸ਼ਕਾਰੀ ਵਿਚਾਰਧਾਰਾ ਦੇ ਖਿਲਾਫ ਲਗਾਤਾਰ ਆਪਣੀ ਲੜਾਈ ਲੜ ਰਹੇ ਹੈ। ਉਹਨਾਂ ਕਿਹਾ ਸੀ ਕਿ ਕਾਂਗਰਸ ਇਸ ਤਰ੍ਹਾਂ ਦੀਆਂ ਤਾਕਤਾਂ ਦੇ ਵਿਰੁੱਧ ਲੜ ਰਹੀ ਹੈ ਅਤੇ ਅਜਿਹੀਆਂ ਫੁੱਟ ਪਾਊ ਸ਼ਕਤੀਆਂ ਦੇ ਖਿਲਾਫ ਉਹਨਾਂ ਦੀ ਲੜਾਈ ਕਦੇ ਰੁਕੇਗੀ ਨਹੀਂ। ਕਾਰਨ ਤਾਂ ਭਾਵੇਂ ਕੋਈ ਵੀ ਰਹੇ ਹੋਣ, ਦੁੱਧ ਧੋਤੀ ਤਾਂ ਕਾਂਗਰਸ ਵੀ ਨਹੀਂ। ਉਹ ਜੇ ਮੁਸਲਮਾਨਾਂ ਦੇ ਖਿਲਾਫ ਨੇ, ਤੁਸੀਂ ਸਿੱਖਾਂ ਦੇ ਖਿਲਾਫ ਜਿਹੜਾ ਨੰਗਾ ਨਾਚ ਨੱਚਿਆ ਸੀ, ਮੂੰਹ ਤਾਂ ਉਹਦੇ ਤੇ ਤੁਸੀਂ ਵੀ ਨਹੀਂ ਖੋਲਦੇ। ਘੱਟ ਗਿਣਤੀਆਂ ਨੂੰ ਨਪੀੜਨ, ਘੱਟ ਗਿਣਤੀਆਂ ਨੂੰ ਲਤਾੜਨ ਦੀ ਕਸਰ ਕੋਈ ਨਹੀਂ ਛੱਡਦਾ। ਖਾਸ ਕਰਕੇ ਘੱਟ ਗਿਣਤੀਆਂ ਨੂੰ ਲਤਾੜ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਦੀ ਰਾਜਨੀਤੀ ਜਿੰਨੀ ਦੇਰ ਤੱਕ ਚੱਲਦੀ ਰਹੇਗੀ, ਜਿੰਨੀ ਦੇਰ ਤੱਕ ਲੋਕਾਂ ਨੂੰ ਆਪਣੀ ਵੋਟ ਦੀ ਤਾਕਤ ਕਦੋਂ ਕਿਵੇਂ ਇਸਤੇਮਾਲ ਕਰਨੀ ਹੈ ਆਪਣੀ ਤਾਕਤ ਦਾ ਇਲਮ ਨਹੀਂ ਹੋਏਗਾ, ਓਨੀ ਦੇਰ ਤੱਕ ਡਿਵਾਈਡ ਐਂਡ ਰੂਲ, ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਇਹ ਅਪਣਾ ਕੇ ਲੋਕ ਮਰਦੇ ਰਹਿਣਗੇ ਤੇ ਸੱਤਾਧਾਰੀ ਜਾਂ ਇਹ ਪੋਲੀਟੀਕਲ ਬੰਦੇ ਤੁਹਾਡੇ ਤੇ ਰਾਜ ਕਰਦੇ ਰਹਿਣਗੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।